ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ। ਪਾਤਸ਼ਾਹ ਕਹਿੰਦੇ, ਕੀਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਤਰੂ ਉਪਦੇਸ਼। ਧਰਮ ਖੰਡ ਹੈ, ਇਹ ਜੋ ਜਿੰਨੀ ਵੀ ਸ੍ਰਿਸ਼ਟੀ ਹੈ, ਧਰਤੀ ਹੈ। ਹੁਣ ਗੱਲ ਪਾਤਸ਼ਾਹ ਕਰਮ ਖੰਡ ਦੀ ਕਰਦੇ ਹਨ। ਕਰਮ ਭੂਮੀ ਕੀ ਹੈ, ਇਸ ਬਾਰੇ ਵਿਖਿਆਨ ਕਰਨਗੇ ਪਾਤਸ਼ਾਹ। ਆਪਾਂ ਵਿਚਾਰ ਕਰਨੀ ਹੈ, ਸੋਝੀ ਪ੍ਰਾਪਤ ਕਰਨੀ ਹੈ ਕਿ ਜਿੰਨੀਆਂ ਜੂਨੀਆਂ ਧਾਰਨ ਕਰਦਾ ਹੈ ਜੀਵ ਤੇ ਜਾਂ ਜੀ ਕਰ ਰਹੇ ਹਨ, ਸਭ ਕਰਮ ਭੂਮੀ ਨੇ। ਇਸ ਦਾ ਇਹ ਮਤਲਬ ਨਹੀਂ ਕਿ ਕਰਮ ਕਰਦਾ ਰਿਹਾ ਹੈ, ਇਸ ਤਰ੍ਹਾਂ ਨਹੀਂ। ਵਾਸਤਵ ਦੇ ਵਿੱਚ ਭਾਣੇ ਵਿੱਚ ਹੀ ਰਿਹਾ। ਭਾਣੇ ਵਿੱਚ ਰਹਿਣ ਵਾਲਾ ਕਰਮ ਨਹੀਂ ਕਰਦਾ, ਜੂਨੀ ਵਿੱਚ ਕਿਰਪਾ ਹਾਸਲ ਕਰਦਾ ਹੈ। ਕਰਮ ਤੋਂ ਭਾਵ ਹੁੰਦਾ ਕਿਰਪਾ, ਬਖਸ਼ਿਸ਼। ਤਾਂ ਹੀ ਇਸ ਨੂੰ ਅਗਲੀ ਜੂਨੀ ਮਿਲਦੀ ਹੈ। ਤੇ ਜੇ ਕਰਮ ਹੀ ਕਰਦਾ ਹੁੰਦਾ ਤੇ ਫਿਰ ਇਹ ਅਗਲੀ ਜੂਨੀ 'ਚ ਕਿਵੇਂ ਆਉਂਦਾ? ਜੋ ਸਰੀਰ ਕਰਕੇ ਕਰਮ ਮੰਨੇ ਜਾਂਦੇ ਆ, ਗੁਰਮਤਿ ਸਰੀਰ ਕਰਕੇ ਕਰਮ ਨੂੰ, ਕੀਤੇ ਹੋਏ ਕੰਮ ਨੂੰ ਕਰਮ ਨਹੀਂ ਮੰਨਦੀ, ਕੰਮ ਮੰਨਦੀ ਹੈ। ਜੋ ਆਤਮਿਕ ਤੌਰ ਤੇ ਹੁੰਦਾ ਉਹ ਕਰਮ ਹੈ। ਗੁਰਬਾਣੀ ਇਸ ਗੱਲ ਨੂੰ ਮੰਨਦੀ ਹੈ। ਸੋ ਪਾਤਸ਼ਾਹ ਕਹਿੰਦੇ, ਕੀਤੀਆ ਕਰਮ ਭੂਮੀ ਹੈ, ਗਿਣਤੀ ਨਹੀਂ ਹੋ ਸਕਦੀ, ਬੇਅੰਤ ਹੈ। 84 ਲੱਖ ਕਹਿ ਦਿੱਤਾ ਭਾਵੇਂ, ਪਰ ਇਸ ਪਾਸੇ ਨਹੀਂ ਗਏ। ਇਹ ਕੋਈ ਜ਼ਰੂਰੀ ਨਹੀਂ ਵੀ 84 ਲੱਖ ਜੂਨੀ ਹੋਈਆਂ, ਇਸ ਤੋਂ ਵੱਧ ਵੀ ਨੇ। ਪਰ ਪਾਤਸ਼ਾਹ ਨੇ ਇਸ ਗੱਲ ਦੇ ਉੱਪਰ ਬਹਿਸ ਨਹੀਂ ਕੀਤੀ ਪੰਡਤ ਦੇ ਨਾਲ। ਫਿਰ ਉਹ ਆਖੇਗਾ ਵੀ ਪਹਿਲੀ ਕਿਹੜੀ ਜੂਨੀ ਸੀ, ਦੂਜੀ ਕਿਹੜੀ ਸੀ। ਠੀਕ ਹੈ, ਜੇ ਤੂੰ 84 ਲੱਖ ਹੀ ਮੰਨਦਾ ਤਾਂ ਚਲੋ 84 ਲੱਖ ਹੀ ਮੰਨ ਲਓ। ਸੋ ਭਗਤ ਸਾਹਿਬਾਨ ਗਿਣਤੀ ਮਿਣਤੀ ਤੋਂ ਕਹਿੰਦੇ ਕੀ ਲੈਣਾ। ਅਸਲ ਜਿਹੜਾ ਮੁੱਦਾ ਹੈ, ਵਿਸ਼ਾ, ਉਹ ਆਦਮੀ ਦੀ ਜੂਨੀ ਦਾ। ਸੋ ਅਸਲ ਗੱਲ ਇੱਥੇ ਆ ਕੇ ਬਣਨੀ ਹੈ। ਜਿਵੇਂ ਪਿਛਲੀਆਂ ਜੂਨੀਆਂ ਵਿੱਚ ਹੁਕਮ ਅਨੁਸਾਰੀ ਹੋ ਕੇ ਅੱਗੇ ਵੱਧਦਾ ਆਇਆ ਹੈ, ਉਸੇ ਤਰ੍ਹਾਂ ਹੁਣ ਵੀ ਹੁਕਮ ਨਾਲ ਅੱਗੇ ਵਧਣਾ। ਪਰ ਇੱਥੇ ਆ ਕੇ ਪਰਖ ਦੀ ਘੜੀ ਹੈ। ਉਸੇ ਨੂੰ ਗੁਰਬਾਣੀ 'ਚ ਆਖਿਆ, ਔਖੀ ਘੜੀ ਨਾ ਦੇਖਣ ਦੇਈ, ਜੋ ਬਚਨ ਹੈ ਪੰਜਵੇਂ ਪਾਤਸ਼ਾਹ ਦਾ। ਉਹੀ ਗੱਲ ਹੈ ਵੀ ਜੇ ਤਾਂ ਹੁਣ ਹੁਕਮ ਦਾ ਲੜ ਛੱਡ ਦਿੱਤਾ, ਫਿਰ ਪਿਛਲੀਆਂ ਜੂਨੀਆਂ ਵਿੱਚ ਜਾਣਾ ਪਵੇਗਾ। ਹੁਕਮ ਤਾਂ ਹੁਣ ਵੀ ਵਰਤ ਹੀ ਰਿਹਾ। ਸੋ ਕਿਉਂ ਨਹੀਂ ਹੁਕਮ ਦੀ ਸੋਝੀ? ਕਿਉਂ ਕਿਹਾ ਪਾਤਸ਼ਾਹ ਨੇ ਕਿ ਹੁਕਮ ਬੁੱਝ, ਭਾਵ ਕਿ ਹੁਕਮ ਭੁੱਲਿਆ ਹੋਇਆ। ਹੁਕਮ ਹੀ ਨਾਮ ਹੈ। ਸ਼ਬਦ ਹੀ ਵੱਖੋ ਵੱਖਰੇ ਨੇ, ਮੂਲ ਅਸ ਧਾਤੂ ਸ਼ਬਦ ਇੱਕੋ ਹੀ ਹੈ। ਹੁਕਮ ਹੀ ਸਾਨੂੰ ਭੁੱਲਿਆ ਹੋਇਆ, ਨਾਮ ਹੀ ਸਾਨੂੰ ਭੁੱਲਿਆ ਹੋਇਆ। ਮਨੁੱਖ ਇਹ ਗੱਲ ਮੰਨਦਾ ਨਹੀਂ, ਤਾਂ ਹੀ ਫਿਰ ਭਰਮ 'ਚ ਹੈ ਤੇ ਫਸ ਗਿਆ। ਭਰਮ ਨੂੰ ਹੀ ਹੁਕਮ ਮੰਨ ਕੇ ਚੱਲੀ ਜਾ ਰਿਹਾ। ਇਹਦਾ ਆਪਣਾ ਹੁਕਮ ਹੈ। ਪਰਮੇਸ਼ਰ ਦਾ ਹੁਕਮ ਭਰਮ 'ਚੋਂ ਬਾਹਰ ਕੱਢਦਾ ਹੈ, ਜੀਵ ਦਾ ਹੁਕਮ ਇਹਨੂੰ ਭਰਮ 'ਚ ਫਸਾ ਲੈਂਦਾ ਹੈ। ਇਹਦਾ ਆਪਣਾ ਹੁਕਮ, ਭਾਵ ਆਪਣੀ ਅਕਲ, ਉਸ ਨੂੰ ਵਰਤਣ ਲੱਗ ਪਿਆ। ਪਰਮੇਸ਼ਰ ਦੀ ਦਿੱਤੀ ਹੋਈ ਅਕਲ ਦਾ ਵਿਰੋਧੀ ਹੋ ਗਿਆ। ਉਂਝ ਜ਼ਰੂਰ ਕਹਿੰਦਾ ਕਿ ਮੈਂ ਤਾਂ ਰੱਬ ਨੂੰ ਮੰਨਦਾ ਹਾਂ। ਫਿਰ ਤੂੰ ਰੱਬ ਦੀ ਕਿਉਂ ਨਹੀਂ ਮੰਨਦਾ? ਜੇ ਤੂੰ ਰੱਬ ਨੂੰ ਹੀ ਮੰਨਦਾ ਹੈ, ਫਿਰ ਰੱਬ ਦੀ ਵੀ ਮੰਨ। ਅਸਲ ਵਿੱਚ ਸਭ ਕੁਝ ਸੁਣੀ ਸੁਣਾਈ ਗੱਲ ਨਾਲ ਜੁੜ ਗਿਆ। ਹੇ ਮੇਰੇ ਮਨਾ, ਹੁਕਮ ਦਾ ਪੱਲਾ ਛੁੱਟ ਗਿਆ ਤੇ ਇੱਥੋਂ ਸੁਰਤ ਕਰ, ਫਿਰ ਫੜ ਲੈ। ਗੁਰਬਾਣੀ ਤੇਰੀ ਇਹੀ ਸਹਾਇਤਾ ਕਰਦੀ ਹੈ ਮੂਰਖਾ। ਜਿਨ੍ਹਾਂ ਨੂੰ
ਜਿਨ੍ਹਾਂ ਨੇ ਧਰਤੀ ਨੂੰ ਕਰਮ ਭੂਮੀ ਮੰਨਿਆ ਹੈ, ਧਰਮ ਭੂਮੀ ਕਿਤੇ ਨਹੀਂ, ਉਹਨਾਂ ਵਾਸਤੇ ਕਰਮ ਵਾਲਾ ਧਰਮ ਨਹੀਂ ਕਮਾ ਸਕਦੇ ਜੋ ਕਰਮ ਨੂੰ ਮੰਨਦੇ ਹੈ। ਗੁਰਬਾਣੀ ਕਹਿੰਦੀ ਆ ਕਰਮ ਕਰਤ ਹੋਵੈ ਨਿਹਕਾਮੀ। ਅਸੀਂ ਪੜ੍ਹੀ ਜ਼ਰੂਰ ਜਾਂਦੇ ਹਾਂ, ਸੁਣਦੇ ਜ਼ਰੂਰ ਹਾਂ, ਪਰ ਅਸਲ ਗੱਲ ਨੂੰ ਸਮਝਦੇ ਨਹੀਂ ਕਿ ਪਾਤਸ਼ਾਹ ਕਹਿਣਾ ਕੀ ਚਾਹੁੰਦੇ ਸੀ। ਹੁਕਮੀ ਕੋਈ ਸਮਾਜਿਕ ਆਦਿ ਕਰਮ ਨਹੀਂ ਕਰਦਾ, ਹੋ ਜਾਂਦੇ ਹਨ, ਕਰਾ ਲੈਂਦਾ ਹੁਕਮ ਆਪੇ। ਹੁਕਮੀ ਕਿਸੇ ਨੂੰ ਮਾਰਦਾ ਨਹੀਂ, ਜਿਸ ਦੀ ਆਈ ਹੈ ਉਹਦੇ ਪੈਰਾਂ ਥੱਲੇ ਮਰ ਜਾਂਦਾ ਜਾਂ ਜੰਗ ਦੇ ਮੈਦਾਨ ਵਿੱਚ ਮਰ ਜਾਂਦਾ, ਜੋ ਸਰੀਰ ਦਾ ਛੱਡਣਾ, ਜੋ ਸਾਡਾ ਸੰਸਾਰੀ ਮਰਨਾ। ਹੁਕਮੀ ਕਦੇ ਵੀ ਕਿਸੇ ਗੱਲ ਤੇ ਅਫਸੋਸ ਨਹੀਂ ਕਰਦਾ, ਸਗੋਂ ਸ਼ੁਕਰ ਮਨਾਉਂਦਾ ਤੇ ਹੁਕਮ ਦੀ ਗੱਲ ਕਰਦਾ। ਵੈਸੇ ਗੱਲ ਔਖੀ ਹੈ, ਹਜਮ ਹੋਣੀ ਬੜੀ ਮੁਸ਼ਕਲ ਹੈ, ਕਿਉਂਕਿ ਸਾਰੀ ਖੇਡ ਤਾਂ ਹੁਕਮ ਦੀ ਵਰਤ ਰਹੀ ਹੈ। ਕੀਤਿਆ ਕਰਮ ਭੂਮੀ ਮੇਰ, ਮੇਰ ਹੁੰਦੇ ਨੇ ਕੀਤੇ ਮੇਰ ਵੀ ਪਤਾ ਨਹੀਂ ਕਿੰਨੇ ਕਿੰਨੇ। ਸੰਸਾਰੀ ਰਚਨਾ 'ਚ ਬੇਅੰਤ ਪਹਾੜ ਹਨ, ਉੱਚੇ ਤੋਂ ਉੱਚਾ ਕੋਈ ਅੰਤ ਨਹੀਂ। ਮੇਰ ਪਰਬਤ ਜੋ ਤਪ ਕਰਦੇ ਹਨ, ਹੰਕਾਰੀ ਹਨ। ਬਥੇਰੇ ਜੀਵ ਹਨ ਇਸ ਸੰਸਾਰ ਦੇ ਅੰਦਰ, ਉਹ ਆਪਣੇ ਤਪ ਦੇ ਜ਼ੋਰ ਨਾਲ ਹੀ ਕਹਿੰਦੇ ਆ ਵੀ ਅਸੀਂ ਇੰਝ ਕਰ ਲਵਾਂਗੇ, ਉਹ ਹੰਕਾਰੀ ਹੋ ਜਾਂਦੇ ਆ। ਉਹ ਵੀ ਬਥੇਰੇ ਨੇ, ਪਾਤਸ਼ਾਹ ਕਹਿੰਦੇ ਵੱਡੇ ਵੱਡੇ ਤਪਸਵੀ ਸਭ ਕ੍ਰੋਧੀ ਹੋਏ। ਪਿੱਛੇ ਪੜ੍ਹ ਲਓ ਕਥਾ ਕਹਾਣੀਆਂ ਇਹਨਾਂ ਦੀਆਂ, ਅੱਜ ਵੀ ਬਥੇਰੇ ਨੇ ਸਾਡੇ ਸਿੱਖ ਮਤ ਦੇ ਅੰਦਰ। ਸੰਤ ਕਹਾਉਂਦੇ ਨੇ, ਪ੍ਰਚਾਰਕ ਕਹਾਉਂਦੇ ਹਨ, ਪਰ ਕ੍ਰੋਧੀ ਵੀ ਬੜੇ ਹਨ, ਈਰਖਾ ਵੀ ਬੜੀ ਹੈ। ਸੱਚ ਦੀ ਗੱਲ ਨਹੀਂ ਕਰਨ ਦਿੰਦੇ, ਕੋਈ ਸਵਾਲ ਨਹੀਂ ਕਰਨ ਦਿੰਦੇ, ਕੋਈ ਵਿਚਾਰ ਕਰਕੇ ਖੁਸ਼ ਨਹੀਂ, ਪ੍ਰਚਾਰ ਕਰਕੇ ਖੁਸ਼ ਹਨ। ਸੋ ਈਰਖਾ ਕਰਦੇ ਹਨ। ਗੁਰਬਾਣੀ ਕਹਿੰਦੀ ਹੈ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਇਹ ਗੁਰਮੁਖਾਂ ਦਾ ਮੇਰ ਹੈ। ਗੁਰਮੁਖ ਵੀ ਮੇਰ ਦੀ ਤਰ੍ਹਾਂ ਹੀ ਨੇ, ਹੰਕਾਰੀ ਵੀ ਮੇਰ ਦੇ ਤਰ੍ਹਾਂ ਹੀ ਨੇ। ਗੁਰਮੁਖ ਸਦਾ ਹੁਕਮ ਦੀ ਸ਼ਰਨ ਵਿੱਚ ਰਹਿਣਾ ਪਸੰਦ ਕਰਦਾ ਹੈ। ਉਹ ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਹੁਕਮ ਵਿੱਚ ਹਨ। ਸਾਡੀ ਦ੍ਰਿਸ਼ਟੀ ਵਿੱਚ ਤਾਂ ਆਉਣਗੇ ਜੇ ਅਸੀਂ ਹੁਕਮ ਵਿੱਚ ਹੋਵਾਂਗੇ। ਜੈਸਾ ਸੇਵੇ ਤੈਸਾ ਹੋਏਗਾ। ਜੇ ਅਸੀਂ ਖੁਦ ਹੁਕਮ ਵਿੱਚ ਚੱਲਾਂਗੇ, ਸਾਨੂੰ ਹੁਕਮੀਆਂ ਦੀ ਸੋਝੀ ਆ ਜਾਊਗੀ। ਅਸੀਂ ਹੁਕਮ ਤੋਂ ਬਾਹਰ ਚੱਲਦੇ ਹਾਂ, ਸਾਨੂੰ ਹੁਕਮ ਤੋਂ ਬਾਹਰ ਵਾਲਿਆਂ ਦੀ ਸੋਝੀ ਆ। ਸੰਸਾਰ ਨੂੰ ਅਸੀਂ ਦੇਖਦੇ ਹੀ ਹਾਂ। ਗੁਰਮੁਖ ਨਿਰਾਕਾਰ ਨੂੰ ਦੇਖਦਾ ਹੈ, ਸੰਸਾਰੀ ਸੰਸਾਰ ਨੂੰ ਵੇਖਦਾ ਹੈ। ਕੀਤੇ ਧਰੂ ਉਪਦੇਸ਼, ਧਰੂ ਹੁੰਦਾ ਥਿਰ ਰਹਿਣ ਵਾਲਾ। ਕਿੰਨੇ ਹੀ ਗੁਰਮੁਖ ਨੇ ਜਿਨ੍ਹਾਂ ਦਾ ਉਪਦੇਸ਼ ਦੂਜਿਆਂ ਨੂੰ ਵੀ ਥਿਰ ਕਰ ਦਿੰਦਾ ਹੈ, ਸੰਤੋਖ ਤੱਕ ਲੈ ਜਾਂਦੀਆਂ ਨੇ ਮੱਤਾਂ, ਬੜੇ ਹਨ। ਗੁਰਬਾਣੀ ਵੀ ਸਾਨੂੰ ਥਿਰ ਕਰਦੀ ਹੈ। ਥਿਰ ਘਰ ਵੈਸੋ ਹਰ ਜਨ ਪਿਆਰੇ। ਉਪਦੇਸ਼ ਦਿੰਦੀ ਹੈ ਵੀ ਥਿਰ ਹੋਵੋ, ਟਿਕੋ। ਕਿੰਨੇ ਹੀ ਨੇ ਉਸ ਉਪਦੇਸ਼ ਨੂੰ ਮੰਨਣ ਵਾਲੇ। ਇਮਾਨਦਾਰੀ ਨਾਲ ਮਨ ਰੁਕ ਜਾਂਦਾ, ਪਰ ਰੁਕੇ ਮਨ ਨਾਲ ਗੁਰਮਤਿ ਲੈਣ ਆਏ ਸੀ ਭਾਈ ਲਹਿਣਾ ਜੀ, ਗੁਰ ਅਮਰਦਾਸ ਜੀ। ਮਨ ਸਦਾ ਲਈ ਥਿਰ ਕਰ ਦਿੱਤਾ ਜਦੋਂ ਧਰੂ ਬਾ ਮੂਲ ਦਾ ਉਪਦੇਸ਼ ਕਮਾ ਲਿਆ। ਧਰੂ ਹੁੰਦਾ ਸਾਡਾ ਮੂਲ, ਥਿਰ ਹੈ। ਮਨ ਡੋਲਦਾ ਰਹਿੰਦਾ। ਮਨ ਦੇ ਅੰਦਰ ਭੁੱਖ ਸੀਗੀ, ਪਰ ਮਨ ਡੋਲਦਾ ਸੀ। ਪੂਰੀ ਭੁੱਖ ਨਹੀਂ ਸੀ, ਪੂਰੀ ਸੋਝੀ ਨਹੀਂ ਸੀ ਵੀ ਕਿਹੜੀ ਚੀਜ਼ ਖਾਣ ਨਾਲ ਮਨ ਟਿਕੂਗਾ। ਬੜੀ ਦੁਨੀਆ 'ਚ ਭਰਮਣ ਕੀਤਾ ਦੂਸਰੇ ਪਾਤਸ਼ਾਹ ਨੇ ਵੀ, ਤੀਜਿਆਂ ਨੇ ਵੀ, ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ, ਪਤਾ ਲੱਗਿਆ ਕਿ ਅਸਲੀਅਤ ਕੀ ਹੈ। ਤਾਂ ਪਾਤਸ਼ਾਹ ਨੇ ਉਹ ਭੋਜਨ ਦਿੱਤਾ, ਉਹ ਖੁਰਾਕ ਬਖਸ਼ੀ ਜਿਹਦੇ ਨਾਲ ਮਨ ਥਿਰ ਹੋ ਗਿਆ।
ਹੁਣ ਭੋਜਨ ਤਾਂ ਗੁਰੂ ਨਾਨਕ ਸਾਹਿਬ ਨੇ ਪਤਾ ਨਹੀਂ ਕਿੰਨੇ ਅੱਖ ਨੂੰ ਦਿੱਤਾ ਹੋਵੇਗਾ, ਪਰ ਕਿਸੇ ਦਾ ਮਨ ਥਿਰ ਨਹੀਂ ਹੋਇਆ। ਥਿਰ ਉਹਦਾ ਹੀ ਹੁੰਦਾ ਜਿਹੜਾ ਸਵੈਮ ਚਾਹੁੰਦਾ ਕਿ ਮੈਂ ਥਿਰ ਹੋਣਾ, ਮੈਂ ਆਪਣੀ ਭੁੱਖ ਦੀ ਨਿਵਰਤੀ ਕਰਨੀ ਹੈ। ਨਹੀਂ ਤਾਂ ਕਈ ਲੋਭੀ ਵੀ ਹੋ ਜਾਂਦੇ ਆ, ਲਾਲਚੀ ਵੀ ਹੋ ਜਾਂਦੇ ਆ। ਪਰ ਦੂਸਰੇ ਪਾਤਸ਼ਾਹ ਸੰਤੋਖੀ ਹੋਣਾ ਚਾਹੁੰਦੇ ਸੀ, ਸੰਤੋਖੀ ਹੋ ਗਏ, ਮਾਇਆ ਛੱਡੀ ਗਈ। ਤੀਸਰੇ ਪਾਤਸ਼ਾਹ ਸੰਤੋਖੀ ਹੋਣਾ ਚਾਹੁੰਦੇ ਸੀ, ਹੋ ਗਏ। ਸੰਗਤਾਂ ਬਥੇਰੀ ਆਉਂਦੀ ਸੀ ਦੂਸਰੇ ਪਾਤਸ਼ਾਹ ਕੋਲ ਵੀ, ਪਹਿਲੇ ਪਾਤਸ਼ਾਹ ਕੋਲ ਵੀ, ਪਰ ਸਾਰੇ ਸੰਤੋਖੀ ਨੇ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠਿਆ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ। ਜਿੰਨਾ ਚਿਰ ਉਹਨਾਂ ਦੇ ਕਹੇ ਹੋਏ ਬੋਲਾਂ ਦੀ ਵਿਚਾਰ ਨਹੀਂ ਨਾ ਜੀਵ ਕਰਦਾ, ਮਨ ਵਿਚਾਰ ਕਰੇ। ਮਨ ਨੂੰ ਵੀ ਪਤਾ ਵੀ ਜੇ ਮੈਂ ਇਹਨਾਂ ਸ਼ਬਦਾਂ ਦੀ ਵਿਚਾਰ ਕਰਨ ਲੱਗ ਗਿਆ ਤਾਂ ਮੈਂ ਰੁਕ ਜਾਣਾ। ਰੁਕਣਾ ਮਨ ਚਾਹੁੰਦਾ ਨਹੀਂ, ਤੇ ਜਿਹਨੇ ਇਹ ਗੱਲ ਮਨਾ ਲਈ ਕਿ ਮਨ ਨੂੰ ਰੋਕਣਾ ਹੀ ਰੋਕਣਾ, ਉਹ ਰੋਕ ਵੀ ਲੈਂਦਾ ਹੈ। ਸੋ ਇਹਨਾਂ ਪਾਤਸ਼ਾਹੀਆਂ ਦਾ ਮਨ ਰੁਕਿਆ ਤੇ ਸ਼ੁੱਧ ਸਰੂਪ ਬਣ ਗਏ। ਉਸ ਉਪਦੇਸ਼ ਨੂੰ ਕਮਾਇਆ, ਫਿਰ ਗੁਰ ਬਣੇ, ਗੁਰ ਅੰਗਦ ਦੇਵ ਜੀ, ਗੁਰ ਅਮਰਦਾਸ ਜੀ। ਇਸੇ ਕਰਕੇ ਗੁਰਬਾਣੀ ਵਿੱਚ ਅਨੇਕਾਂ ਪੱਖਾਂ ਤੋਂ ਜਾਣਕਾਰੀ ਹੈ, ਭਾਵ ਉਪਦੇਸ਼ ਦਿੱਤਾ ਗਿਆ ਹੈ ਮਨ ਨੂੰ ਕਿ ਸਦਾ ਵਾਸਤੇ ਥਿਰ ਹੋ ਜਾਵੇ। ਥਿਰ ਹੋਣ ਤੋਂ ਉਪਦੇਸ਼ ਦੀ ਕਮਾਈ ਹੋਣੀ ਹੈ, ਟਿਕੇ ਤੋਂ ਹੀ ਕਮਾਈ ਹੋਵੇਗੀ। ਫਿਰ ਪਰਖ ਹੋਣੀ ਹੈ, ਫਿਰ ਫੈਸਲਾ ਹੋਣਾ ਕਿ ਪਾਸ ਕੌਣ ਹੈ, ਫੇਲ ਕੌਣ ਹੈ। ਸੋ ਪਾਤਸ਼ਾਹ ਕਹਿੰਦੇ ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤਰੂ ਉਪਦੇਸ਼। ਪਤਾ ਨਹੀਂ ਕਿੰਨੀਆਂ ਕੁ ਕਰਮ ਭੂਮੀਆਂ ਹਨ, ਕਿੰਨਿਆਂ ਦੇ ਉੱਪਰ ਬਖਸ਼ਿਸ਼ ਹੁੰਦੀ ਹੈ, ਤੇ ਕਿੰਨੇ ਕਿੰਨੇ ਜਿਹੜੇ ਭਰਮ 'ਚ ਪੈ ਕੇ ਕਰਮ ਸਰੀਰ ਕਰਕੇ ਮੰਨੀ ਜਾਂਦੇ ਹਨ। ਕਿੰਨੇ ਕਿੰਨੇ ਜਿਹੜੇ ਕਹਿੰਦੇ ਆ ਹੁਕਮ 'ਚ ਹੀ ਸਭ ਕੁਝ ਹੋ ਰਿਹਾ, ਕਈ ਕਹਿੰਦੇ ਆ ਨਹੀਂ ਹੁਕਮ 'ਚ ਹੋ ਰਿਹਾ, ਅਸੀਂ ਜੀਵ ਨਾ ਕਰਦਾ। ਕਈ ਹੰਕਾਰੀ ਮੇਰ ਨੇ ਕਿ ਅਸੀਂ ਤਾਂ ਬਹੁਤ ਜਪ ਤਪ ਕਰਦੇ ਹਾਂ, ਬੜੇ ਪਾਠ ਕਰਦੇ ਹਾਂ, ਬੜਾ ਸਾਡਾ ਸਿਮਰਨ ਹੈ, ਬੜਾ ਚਿਰ ਤੋਂ ਸੰਗਤ ਕਰਦੇ ਹਾਂ। ਕਈ ਕਹਿੰਦੇ ਆ ਵੀ ਮੇਰੇ ਹੱਥ ਬੱਚੇ ਕੁਛ ਨਹੀਂ, ਜਿੰਨਾ ਕੋ ਕਰਵਾਉਂਦਾ ਕਰ ਲਈਦਾ, ਨਹੀਂ ਉਹਨੂੰ ਚੰਗਾ ਲੱਗਦਾ ਨਹੀਂ ਵੀ ਕਰੀਦਾ। ਕੋਈ ਮਿੱਥ ਕੇ ਨਹੀਂ ਚੱਲਦੇ, ਉਹ ਕੋਈ ਮਿੱਥ ਕੇ ਵੀ ਪਾਠ ਨਹੀਂ ਕਰਦਾ ਗੁਰਮੁਖ। ਉਹ ਆਪਣੇ ਵੱਲੋਂ ਕੋਈ ਮਿੱਤ ਮਰਜ਼ਾਦਾ ਨਹੀਂ ਬਣਾਉਂਦਾ, ਉਹਨੂੰ ਪਤਾ ਕਿ ਭਾਣਾ ਖਬਰਾ ਕੀ ਵਰਤਣਾ। ਮੈਂ ਕੋਈ ਮਿੱਥ ਕੇ ਮਿੱਤ ਮਰਜ਼ਾਦਾ ਬਣਾ ਲਈ, ਭਾਣਾ ਕੁਛ ਹੋਰ ਵਰਤ ਗਿਆ, ਫਿਰ ਮੈਂ ਤਾਂ ਰਹਿ ਜਾਊਂਗਾ। ਉਹਦੇ ਭਾਣੇ 'ਚ ਚੱਲਦਾ, ਜਿਉਂ ਤੂੰ ਚਲਾਵੈ ਤੇ ਮੈਂ ਚੱਲਾ ਹੈ ਸੁਆਮੀ। ਕਹਿੰਦਾ ਜਿਵੇਂ ਤੂੰ ਚਲਾਉਂਦਾ, ਮੇਰੇ ਲਈ ਸਾਰਾ ਕੁਛ ਇਹੀ ਹੈ। ਉਹ ਵੀ ਮੇਰ ਨੇ, ਉਹ ਸੱਚਖੰਡ ਦੀ ਦ੍ਰਿਸ਼ਟੀ ਤੋਂ ਮੇਰ ਨੇ। ਕੇਤੇ ਧਰੂ ਉਪਦੇਸ਼, ਕਿੰਨੇ ਹੀ ਨੇ ਜਿਹੜੇ ਸੱਚ ਦਾ ਉਪਦੇਸ਼ ਦਿੰਦੇ, ਕਿੰਨੇ ਹੀ ਮਾਇਆ 'ਚ ਥਿਰ ਕਰਨ ਦੀਆਂ ਗੱਲਾਂ ਦੱਸਦੇ ਆ। ਮਾਇਆ 'ਚ ਟਿਕਣ ਦੇ ਬਾਰੇ ਵੀ ਮਨਾਂ ਨੂੰ ਗਿਆਨ ਦਿੱਤਾ ਜਾਂਦਾ ਹੈ ਕਿ ਜੇ ਕਮਾਓਗੇ ਨਹੀਂ ਫਿਰ ਖਾਓਗੇ ਕੀ, ਕੰਮ ਵੀ ਕਰਨੀ ਜ਼ਰੂਰੀ ਨੇ, ਜੇ ਆਹ ਨਹੀਂ ਹੋਊ ਤਾਂ ਉਹ ਨਹੀਂ ਕਿਵੇਂ ਕਰੋਗੇ। ਬੇਅੰਤ ਨੇ ਗੁਰਮੁਖ ਜੋ ਅਗਾਂਹ ਦੀ ਗੱਲ ਕਰਦੇ ਆ, ਉਹ ਉਧਰ ਨੂੰ ਥਿਰ ਕਰਦੇ ਆ, ਮਾਇਆ ਤੋਂ ਛਡਾਉਂਦੇ ਆ, ਸੱਚ ਨਾਲ ਜੋੜ ਕੇ ਥਿਰ ਕਰਦੇ ਆ। ਬੇਅੰਤ ਨੇ ਉਹ ਜੀਵ ਜਿਹੜੇ ਮਾਇਆ ਨਾਲ ਥਿਰ ਕਰਦੇ ਆ, ਸੱਚ ਤੋਂ ਦੂਰ ਕਰਦੇ ਆ। ਕਹਿਣ ਨੂੰ ਭਾਵੇਂ ਉਹ ਕਹੀ ਜਾਣਾ ਅਸੀਂ ਸੱਚ ਨਾਲ ਜੋੜਦੇ ਆ। ਜਿਵੇਂ ਅੱਜ ਸਾਡੇ ਵੀ ਇੱਕ ਉਪਦੇਸ਼ ਹੁੰਦਾ ਜੀ, ਅਸੀਂ ਗੁਰਬਾਣੀ ਨਾਲ ਜੋੜਦੇ ਆ, ਜਦ ਕਿ ਸਾਨੂੰ ਗੁਰਬਾਣੀ ਨਾਲ ਜੋੜਨ ਦੀ ਲੋੜ ਨਹੀਂ। ਜਿੱਥੇ ਗੁਰਬਾਣੀ ਸਾਨੂੰ ਜੋੜਦੀ ਹੈ ਉੱਥੇ ਸਾਡਾ ਜੁੜਨਾ ਧਰਮ ਹੈ। ਗੁਰਬਾਣੀ ਨਾਲ ਜੁੜਨਾ ਧਰਮ ਨਹੀਂ ਹੈ। ਜਿੱਥੇ ਜਦੋਂ ਤੁਸੀਂ ਕਹਿੰਦੇ ਹੋ ਗੁਰਬਾਣੀ ਨਾਲ ਜੋੜ ਦਿੰਦੇ ਹੋ, ਫਿਰ ਤਾਂ ਤੁਸੀਂ ਆਪ ਗੁਰੂ ਬਣ ਗਏ। ਗੁਰਬਾਣੀ ਸਾਨੂੰ ਗੁਰੂ ਨਾਲ ਜੋੜਦੀ ਹੈ, ਗੁਰਬਾਣੀ ਸਾਨੂੰ ਕਿਤੇ ਲਿਜਾਂਦੀ ਹੈ, ਉੱਥੇ ਜਾਣਾ ਹੈ ਅਸੀਂ। ਜਦੋਂ ਗੁਰਬਾਣੀ 'ਚ ਬਚਨ ਆਉਂਦਾ, ਗੁਰਬਾਣੀ ਕਹੈ ਸੇਵਕ ਜਨ ਮੰਨੈ। ਹੁਣ ਇਹ ਸਿੱਧੀ ਗੱਲ ਹੈ, ਗੁਰਬਾਣੀ ਸਾਨੂੰ ਕੁਝ ਕਹਿੰਦੀ ਹੈ, ਉਹ ਅਸੀਂ ਮੰਨਣੀ ਹੈ, ਸੇਵਕ ਬਣ ਕੇ ਮੰਨਣੀ ਆ, ਆਪਣਾ ਆਪਾ ਗਵਾ ਕੇ ਮੰਨਣੀ ਆ ਉਹ ਗੱਲ। ਬਸ ਜਦੋਂ ਅਸੀਂ ਉਸ ਗੱਲ ਨੂੰ ਮੰਨਾਂਗੇ, ਪ੍ਰਤੱਖ ਗੁਰੂ ਨਿਸਤਾਰੇ। ਜਿਹੜਾ ਗੁਰੂ ਹੈ
ਉਹਨੇ ਪ੍ਰਤੱਖ ਹੋ ਕੇ ਫਿਰ ਨਿਸਤਾਰੇ ਕਰਨਾ ਹੈ, ਫਿਰ ਉਹਨੇ ਭਵ ਸਾਗਰ ਚੋਂ ਬਾਹਰ ਲੈ ਕੇ ਜਾਣਾ ਹੈ ਸਾਨੂੰ। ਗੁਰੂ ਤੋਂ ਬਿਨਾਂ ਸਾਨੂੰ ਭਵ ਸਾਗਰ ਚੋਂ ਕੋਈ ਲਿਜਾ ਨਹੀਂ ਸਕਦਾ। ਉਹ ਸਮਰੱਥ ਹੀ ਹੈ, ਗੁਰੂ ਹੀ ਸਮਰੱਥ ਹੈ ਜਿਹੜਾ ਸਾਨੂੰ ਇੱਥੋਂ ਲਿਜਾ ਸਕਦਾ ਹੈ। ਉਹਦੀ ਬਖਸ਼ਿਸ਼ ਨਾਲ ਹੀ ਇੱਥੋਂ ਹੀ ਬਾਹਰ ਜਾ ਸਕਦੇ ਹਾਂ। ਨਹੀਂ, ਭਵ ਸਾਗਰ ਚੋਂ ਨਿਕਲਣਾ ਕੋਈ ਸੌਖੀ ਗੱਲ ਨਹੀਂ ਹੈ। ਐਵੇਂ ਨੇ ਪਾਤਸ਼ਾਹ ਨੇ ਆਖ ਦਿੱਤਾ ਵੀ ਹੈਨ ਬਿਰਲੇ ਨਹੀਂ ਕਨੇ ਪਹਿਲ ਪਕੜ ਸੰਸਾਰ। ਹੇ ਮੇਰੇ ਮਨਾ, ਗੱਲ ਤੇਰੇ ਤੇ ਵੀ ਲਾਗੂ ਹੁੰਦੀ। ਸੋ ਕੇਤੇ ਇੰਦਰ ਚੰਦਰ ਸੂਰ ਕੇਤੇ ਕੇਤੇ ਮੰਡਲ ਦੇਸ। ਇੰਦਰ ਆਖਦੇ ਨੇ ਸੰਸਾਰੀ ਰਾਜਾ, ਕਿੰਨੇ ਹੀ ਨੇ ਜਿਨ੍ਹਾਂ ਦਾ ਰਾਜਾ ਇੰਦਰ ਹੈ ਉਹ ਦੇਵਤੇ ਨਹੀਂ ਹੁੰਦੇ, ਮਨਮੁਖ ਹੁੰਦੇ ਆ। ਪਰ ਸਨਾਤਨ ਮਤ ਵਿੱਚ ਕਹਿੰਦੇ ਆ ਵੀ ਜਿਹੜਾ ਇੰਦਰ ਆ ਉਹ ਦੇਵਤਿਆਂ ਦਾ ਰਾਜਾ ਹੈ, ਗੁਰਮੁਖਾਂ ਦਾ ਨਹੀਂ ਹੈ, ਮਨਮੁਖਾਂ ਦਾ। ਮਨਮੁਖਾਂ ਲਈ ਦੇਵਤਾ ਜਾਂ ਦੇਵਤੇ ਬਾਹਰ ਹਨ, ਦੈਂਤ ਤੇ ਰਾਖਸ਼ ਵੀ ਬਾਹਰ ਹੀ ਹੁੰਦੇ ਹਨ। ਤਾਂ ਹੀ ਤਾਂ ਨਫ਼ਰਤ ਈਰਖਾ ਵਿੱਚ ਸਮਾਂ ਗੁਜ਼ਾਰਦੇ ਆ। ਗੁਰਮੁਖਾਂ ਦਾ ਦੇਵਤਾ ਅੰਦਰ ਹੈ, ਅੰਤਰ ਦੇਵ ਨ ਜਾਣੈ ਅੰਧ। ਭਾਵ ਉਹ ਆਪ ਹੀ ਹੁੰਦੇ ਹਨ। ਜਦੋਂ ਗੁਰਮੁਖ ਮਨਮਤਾਂ ਦੇ ਖਿਲਾਫ ਬੋਲਦਾ ਹੈ ਤਾਂ ਉਹਨਾਂ ਲਈ ਰਾਖਸ਼ ਹੈ। ਝੂਠ ਦੇ ਖਿਲਾਰੇ ਪਾ ਦਿੰਦਾ, ਸ਼ੇਰ ਵਾਂਗੂ ਪਾੜ ਕੇ ਰੱਖ ਦਿੰਦਾ। ਇਹੀ ਸੀ ਨਰਸਿੰਘ ਅਵਤਾਰ ਵੀ। ਧਰੂ ਜੀ ਸਰੀਰ ਕਰਕੇ ਨਰ ਸੀ, ਪ੍ਰਹਲਾਦ ਜੀ ਸਰੀਰ ਕਰਕੇ ਨਰ ਸੀ। ਹੁਕਮ ਸੱਚ ਬੋਲਦਾ, ਉਹਨਾਂ ਦੇ ਅੰਦਰੋਂ ਜਿਹੜਾ ਸੱਚ ਨਿਕਲਿਆ ਉਹ ਸ਼ੇਰ ਦੀ ਦਹਾੜ ਹੈ। ਸੋ ਸਾਰੇ ਭਗਤ ਹੀ ਨਰ ਸਨ। ਇੱਕ ਮਨੁੱਖ ਹੁੰਦਾ, ਇੱਕ ਨਰ ਹੁੰਦਾ। ਮਨੁੱਖ ਨੇ ਹੀ ਨਰ ਬਣਨਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਉਸ ਨਰ ਦੇ ਅੰਦਰੋਂ ਜਿਹੜਾ ਸੱਚ ਨਿਕਲਦਾ, ਨਰ ਸਿੰਘ, ਸਿੰਘ ਹੈ ਸ਼ਬਦ, ਹੁਕਮ, ਹੁਕਮ ਹੀ ਉਸ ਨਰ ਦੇ ਅੰਦਰੋਂ ਨਿਕਲਦਾ। ਉਹ ਭਵਕ ਹੀ ਉਹਦੇ ਅੰਦਰੋਂ ਪੈਂਦੀ ਹੈ, ਦੂਜੇ ਦੇ ਅੰਦਰੋਂ ਪੈ ਹੀ ਨਹੀਂ ਸਕਦੀ। ਮਨਮੁਖ ਬੁੱਕ ਨਾ ਜਾਣਦਾ, ਜਿਹੜਾ ਮਨਮੁਖ ਆ ਬੁੱਕ ਨਹੀਂ ਸਕਦਾ, ਉਹ ਸੱਚ ਨਹੀਂ ਬੋਲ ਸਕਦਾ। ਗੁਰਮੁਖ ਗੱਜਦਾ, ਗੋਬਿੰਦ ਗਾਜੈ ਅਨ ਦਿਨ ਵਾਜੈ। ਜਿਹੜੀ ਸੁਰਤ ਆਪਣੇ ਮੂਲ ਨਾਲ ਜੁੜੀ ਹੋਈ ਆ ਉਹ ਗੱਜੂਗੀ, ਉਹ ਗੱਜੂਗੀ, ਉਹ ਨਹੀਂ ਰੁਕ ਸਕਦਾ। ਰਤਨ ਲੁਕਾਇਆ ਲੁਕੇ ਨਾਹੀਂ, ਜੇ ਕੋ ਰੱਖੈ ਲੁਕਾਏ। ਭਗਤ ਸ਼ੇਰ ਵਾਂਗੂ ਗੱਜਦੇ ਸਨ। ਜਦੋਂ ਬੋਲਦੇ ਸੀ ਤੇ ਝੂਠੇ ਕੰਬ ਜਾਂਦੇ ਸੀ। ਕੋਈ ਫੌਜ ਨਹੀਂ ਸੀ ਭਗਤਾਂ ਦੇ ਨਾਲ, ਕੋਈ ਅਮੀਰੀ ਨਹੀਂ ਸੀ ਸੰਸਾਰੀ। ਸ਼ਬਦ ਇਹੋ ਜਿਹੇ ਜ਼ਬਰਦਸਤ ਕੱਢਦੇ ਸੀ ਹਿਰਦੇ ਦੇ ਅੰਦਰੋਂ, ਤੇ ਵੱਡੇ ਵੱਡੇ ਪੰਡਤ ਜੋਗੀ ਮੁਨੀ ਮੁਨੀਸਰ ਕੰਬਦੇ ਸੀ, ਭੈ ਖਾਂਦੇ ਸੀ, ਕਿਉਂਕਿ ਝੂਠੇ ਸਨ। ਝੂਠਾ ਹਮੇਸ਼ਾ ਹੀ ਡਰਦਾ ਰਹਿੰਦਾ, ਸੱਚਾ ਨਹੀਂ ਡਰਦਾ। ਸੋ ਡਰੈ ਜੇ ਪਾਪ ਕਮਾਮਦਾ, ਧਰਮੀ ਬਖਸ਼ੇਤ। ਧਰਮੀ ਜਿਹੜਾ ਸੱਚਾ ਉਹ ਤਾਂ ਪ੍ਰਸੰਨ ਰਹਿੰਦਾ। ਡਰਦਾ ਉਹ ਜੋ ਪਾਪ ਕਮਾਉਂਦਾ, ਜਿਹੜਾ ਭਾਣੇ ਤੋਂ ਉਲਟ ਚੱਲਦਾ, ਜਿਹੜਾ ਉਹਦੀ ਰਜਾ ਚੋਂ ਬਾਹਰ ਚੱਲਦਾ, ਉਹ ਪਾਪੀ ਹੈ, ਉਹ ਡਰਦਾ ਹੈ। ਗੁਰਮੁਖ ਨਹੀਂ ਡਰਦਾ। ਗੁਰਮੁਖ ਹਰ ਵੇਲੇ ਗੁਰਬਾਣੀ ਨੂੰ ਅੱਗੇ ਰੱਖ ਕੇ ਚੱਲਦਾ ਹੈ, ਹੁਕਮ ਚੱਲਦਾ ਹੈ। ਸੋ ਪਾਤਸ਼ਾਹ ਕਹਿੰਦੇ ਕੇਤੇ ਚੰਦ ਚੰਦਰਮੇ, ਧਰਤੀਆਂ ਬੇਅੰਤ ਹਨ ਤੇ ਚੰਦਰਮੇ ਵੀ ਬੇਅੰਤ ਹਨ, ਸੂਰਜ ਵੀ ਬੇਅੰਤ ਹਨ, ਕੇਤੇ ਹੀ ਮੰਡਲ ਹਨ, ਕਿੰਨੇ ਹੀ ਦੇਸ਼ ਹਨ। ਕੇਤੇ ਇੰਦਰ, ਇੰਦਰ ਹੁੰਦਾ ਮਨ, ਕੇਤੇ ਹੀ ਨੇ ਜੋ ਸੱਚ ਮੰਨਣ ਨਹੀਂ ਦਿੰਦੇ। ਹਰ ਇੱਕ ਦਾ ਮਨ ਹੈ ਜਿਹੜਾ ਉਹ ਰਾਜਾ ਬਣਿਆ ਫਿੱਠਾ, ਮਨ ਮਵਾਸੀ ਰਾਜਾ। ਸਾਰੀਆਂ ਮਾਇਆ ਤੇ ਸਾਰੀ ਮਾਇਆ ਤੇ ਕਬਜ਼ਾ ਕਰਨਾ ਚਾਹੁੰਦਾ, ਹਰ ਇੱਕ ਦਾ ਮਨ ਚਾਹੁੰਦਾ। ਕੇਤੇ ਚੰਦ ਵੀ ਨੇ ਜਿਨ੍ਹਾਂ ਦੇ ਕੋਲ ਉਧਾਰਾ ਗਿਆਨ ਹੈ। ਜਿਹੜਾ ਬਾਹਰ ਧਰਤੀ ਵੀ ਹੈ ਚੰਦਰਮਾ, ਇਹ ਵੀ ਸੂਰਜ ਤੋਂ ਰੌਸ਼ਨੀ ਲੈਂਦਾ, ਇਹਦੇ ਕੋਲ ਆਪਣੀ ਰੌਸ਼ਨੀ ਨਹੀਂ ਹੈ। ਜਿਹੜਾ ਸਾਡੇ ਕੋਲ ਅਧੂਰਾ ਗਿਆਨ ਹੈ, ਕਿਸੇ ਤੋਂ ਅਸੀਂ ਗਿਆਨ ਲੈਂਦੇ ਹਾਂ, ਖੁਦ ਆਪਣਾ ਐਕਸਪੀਰੀਅੰਸ ਨਹੀਂ ਹੈ, ਆਪਣਾ ਅਨੁਭਵ ਨਹੀਂ ਹੈ,
ਆਪਣਾ ਅਨੁਭਵ ਨਹੀਂ ਹੈ, ਉਹ ਕਿਸੇ ਤੋਂ ਗਿਆਨ ਲੈਤਾ, ਸੁਣੀ ਸੁਣਾਈ ਗੱਲ ਬਸ। ਜਦੋਂ ਫਿਰ ਕੋਈ ਪੁੱਛਦਾ ਵੀ ਇਹਦਾ ਜਵਾਬ, ਇਹ ਮੈਂ ਸੁਣਿਆ ਸੀ, ਇਹਦਾ ਮਤਲਬ ਆਪਣੇ ਅੰਦਰੋਂ ਨਹੀਂ ਕੁਝ ਕਮਾਇਆ। ਸੁਣੀ ਹੋਈ ਗੱਲ ਤੇ ਵੀ ਸਾਨੂੰ ਸ਼ੰਕਾ ਰਹਿੰਦੀ ਹੈ, ਪਰ ਜਿਹੜੀ ਗੱਲ ਖੁਦ ਕਮਾਈ ਹੁੰਦੀ ਹੈ ਉਹ ਤੇ ਸ਼ੰਕਾ ਨਹੀਂ ਹੁੰਦੀ। ਅੱਲਾ ਕਹਿੰਦਾ ਦੱਸੋ ਜੀ, ਜੇ ਮੈਂ ਕੋਈ ਗਲਤ ਕਿਹਾ ਦੱਸੋ ਕਿੱਥੋਂ ਗਲਤੀ ਹੈ, ਕਿਉਂਕਿ ਪਤਾ ਆਪਣੇ ਆਪ ਤੇ ਭਰੋਸਾ ਵੀ ਮੈਂ ਪੂਰੀ ਗੱਲ ਨੂੰ ਵਾਚਿਆ, ਗੁਰਬਾਣੀ ਤੋਂ ਪੂਰੀ ਸੋਝੀ ਲੈਤੀ ਹੈ। ਪ੍ਰਥਮੇ ਮਨ ਪ੍ਰਬੋਧ ਹੈ ਆਪਣਾ, ਪਹਿਲਾਂ ਆਪਣੇ ਮਨ ਦੇ ਉੱਪਰ ਗੁਰਬਾਣੀ ਦਾ ਪ੍ਰਬੋਧ ਚਾੜਿਆ, ਪਾਛੇ ਅਵਰ ਰਿਝਾਵਾ, ਫੇਰ ਮੈਂ ਦੂਜੇ ਨਾਲ ਗੱਲ ਕਰਨ ਲੱਗਿਆ। ਗੁਰਮੁਖ ਹਰ ਇੱਕ ਗੱਲ ਨੂੰ ਵਿਚਾਰਦਾ ਵੀ ਜੇ ਮੈਂ ਗੱਲ ਕਹਿਤੀ ਤੇ ਮੈਨੂੰ ਕਿਸੇ ਨੇ ਕਹਿਤਾ ਵੀ ਇਹ ਗੱਲ ਗਲਤ ਹੈ, ਮੈਂ ਝੂਠਾ ਪੈ ਜਾਊਗਾ। ਗੁਰਮੁਖ ਕਦੇ ਝੂਠਾ ਨਹੀਂ ਪੈ ਸਕਦਾ, ਗੁਰਮੁਖ ਕਦੇ ਵੀ ਮਾਫੀ ਨਹੀਂ ਮੰਗਦਾ, ਕਿਉਂਕਿ ਗੁਰਮੁਖ ਕਦੇ ਝੂਠ ਬੋਲਦਾ ਹੀ ਨਹੀਂ। ਮਾਫੀ ਤਾਂ ਉਹ ਮੰਗਦਾ ਜਿਹੜਾ ਝੂਠਾ ਹੁੰਦਾ ਹੈ, ਗੁਰਮੁਖ ਨਹੀਂ ਮੰਗਦਾ। ਉਹ ਕਹਿੰਦਾ ਮੈਂ ਕਿਉਂ ਡਰਾਂ, ਮੈਂ ਕੋਈ ਗਲਤ ਕੀਤਾ ਹੀ ਨਹੀਂ, ਕਿਉਂਕਿ ਗੁਰਮੁਖ ਦੇ ਤਾਂ ਹਿਰਦੇ 'ਚੋਂ ਬੋਲਦਾ ਪਰਮੇਸ਼ਰ, ਪਰਮੇਸ਼ਰ ਕਦੇ ਗਲਤ ਨਹੀਂ ਬੋਲ ਸਕਦਾ। ਸੋ ਚੰਦਰਮਾ ਉਹ ਹੁੰਦਾ ਜਿਨ੍ਹਾਂ ਕੋਲ ਉਧਾਰਾ ਗਿਆਨ ਹੋਵੇ, ਸੰਸਾਰੀ ਗੱਲਾਂ ਬੜੀਆਂ ਚੰਗੀਆਂ ਕਰਨ, ਸ਼ਾਂਤ ਸੁਭਾਅ ਹੋਵੇ, ਮਿੱਠਾ ਬੋਲਦਾ ਹੋਵੇ, ਸਮੇਂ ਨਾਲ ਬਦਲ ਜਾਂਦਾ ਹੋਵੇ। ਇਹ ਲੱਛਣ ਧਾਰਮਿਕ ਲੋਕਾਂ ਵਿੱਚ ਜ਼ਿਆਦਾ ਮਿਲਦੇ ਆ, ਜਿਹੜੇ ਸੰਸਾਰੀ ਧਾਰਮਿਕ ਲੋਕ ਨੇ। ਜੋ ਸੰਸਾਰੀ ਧਾਰਮਿਕ ਲੋਕ ਹਨ, ਮੈਂ ਉਹਨਾਂ ਦੀ ਵਿਚਾਰ ਦੱਸਦਾ ਹਾਂ। ਇਹ ਉਹ ਚੰਦਰਮਾ ਦੀ ਤਰ੍ਹਾਂ ਨੇ ਜਿਹੜਾ 15 ਦਿਨ ਰੌਸ਼ਨੀ ਦਿੰਦਾ ਤੇ 15 ਦਿਨ ਹਨੇਰੇ ਵਿੱਚ ਰਹਿੰਦਾ ਹੈ। ਇਸੇ ਤਰ੍ਹਾਂ ਹੀ ਇਹ ਸੰਸਾਰੀ ਧਾਰਮਿਕ ਆਗੂ ਨੇ ਥੋੜਾ ਚਿਰ ਹੀ ਆਪਣੇ ਆਪ ਨੂੰ ਚੰਗਾ ਸ਼ੁੱਧ ਰੂਪ ਦਿਖਾਉਂਦੇ ਹਨ, ਫਿਰ ਕਾਲੇ ਵੀ ਸਭ ਤੋਂ ਵੱਧ ਇਹੀ ਹੁੰਦੇ ਹਨ। ਤਾਂ ਪਾਤਸ਼ਾਹ ਨੇ ਕੀਤੇ ਸ਼ਬਦ ਵਰਤੇ, ਪ੍ਰੈਕਟੀਕਲ ਤਜਰਬੇ ਦੇ ਵਿੱਚੋਂ ਇਹ ਗੱਲਾਂ ਦੇਖੀਆਂ ਹੋਈਆਂ ਨੇ ਪਾਤਸ਼ਾਹੀਆਂ ਨੇ, ਅੱਜ ਵੀ ਚੱਲਦੀਆਂ ਨੇ। ਬਾਹਰੋਂ ਬੜੀਆਂ ਚੰਗੀਆਂ ਗੱਲਾਂ ਕਰਦੇ ਆ ਧਾਰਮਿਕ ਲੋਕ, ਜਿਹੜੇ ਸੰਸਾਰੀ ਧਾਰਮਿਕ ਨੇ, ਪਰ ਅੰਦਰੋਂ ਦੇਖੋ ਝਗੜੇ ਉਹਨਾਂ ਦੇ, ਈਰਖਾ ਕਿੰਨੀ ਹੈ ਉਹਨਾਂ 'ਚ, ਨਫ਼ਰਤ ਕਿੰਨੀ ਹੈ, ਖੋਹ ਖਿੱਚ ਕਿੰਨੀ ਹੈ, ਮਾਇਆ ਦੀ ਕਿੰਨੀ ਪਕੜ ਆ ਉਹਨਾਂ ਦੇ ਅੰਦਰ। ਇੰਨੀ ਮਾਇਆ ਇਕੱਠੀ ਕਰਕੇ ਵੀ ਕਹੀ ਜਾਂਦੇ ਆ ਦਿਓ, ਜਦੋਂ ਕੋਈ ਲੋੜਵੰਦ ਆਉਂਦਾ ਕਹਿੰਦੇ ਆ ਹੈ ਨਹੀਂ, ਅਸਤਾਪ ਮੰਗਦੇ ਆ। ਜਿਹੜਾ ਧਾਰਮਿਕ ਪੁਰਸ਼ ਕਿਸੇ ਤੋਂ ਮਾਇਆ ਮੰਗਦਾ ਨਾ, ਉਹ ਧਾਰਮਿਕ ਹੀ ਨਹੀਂ ਹੈ। ਧਾਰਮਿਕ ਪੁਰਸ਼ ਨਾਮ ਮੰਗਦਾ ਹੈ, ਸੱਚ ਮੰਗਦਾ ਹੈ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਉਹ ਤਾਂ ਮੰਗਦਾ ਹੀ ਨਾਮ ਹੈ। ਇਹ ਕਹਿੰਦੇ ਵੀ ਅਸੀਂ ਤਾਂ ਆਪ ਮਾਇਆ ਮੰਗਦੇ ਹਾਂ, ਕਹਾਉਂਦੇ ਵੀ ਨੇ ਧਾਰਮਿਕ ਲੋਕ। ਇਹ ਨਹੀਂ ਕਹਾਉਂਦੇ ਕਿ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ, ਦੁਨੀਆਦਾਰ ਹੀ ਹਾਂ, ਤੁਸੀਂ ਉਹ ਸਾਨੂੰ ਧਾਰਮਿਕ ਮੰਨੀ ਜਾਂਦੇ ਹੋ, ਅਸੀਂ ਧਾਰਮਿਕ ਨਹੀਂ ਹਾਂ। ਪਤਾ ਵੀ ਜੇ ਗੱਲ ਕਹਿਦੀ ਫਿਰ ਆਉਣਾ ਕਿਸੇ ਨੇ ਨਹੀਂ। ਗੱਲ ਹੇਰ ਫੇਰ ਕਰਕੇ ਫਿਰ ਪੈਸੇ ਤੇ ਮਾਇਆ ਤੀ ਲਿਆਉਣਗੇ, ਪਰ ਗੁਰਮੁਖ ਨਹੀਂ ਲਿਆਉਂਦਾ। ਪਾਤਸ਼ਾਹੀਆਂ ਵੇਲੇ ਵੀ ਬਹੁਤ ਕੁਝ ਐਸਾ ਚੱਲਦਾ ਸੀ, ਤਾਂ ਹੀ ਉਹਨਾਂ ਨੂੰ ਦੇਖ ਕੇ ਪਾਤਸ਼ਾਹ ਨੇ ਕਿਹਾ, ਜੋ ਬੋਲੈ ਸੋ ਪੇਖੈ ਅੰਖੀ, ਅੱਖਾਂ ਨਾਲ ਪੇਖਿਆ ਵੀ ਇਹ ਤੁਸੀਂ ਗਲਤ ਕਰਦੇ ਹੋ। ਆਤਮਿਕ ਤੌਰ ਤੇ ਵੀ ਜਾਣਿਆ, ਬਾਹਰੀ ਤੌਰ ਤੇ ਵੀ ਜਾਣਿਆ। ਸੋ ਇਹ ਸੰਸਾਰੀ ਧਾਰਮਿਕ ਲੋਕਾਂ ਦੀਆਂ ਕਰਤੂਤਾਂ ਹਨ। ਅੱਜ ਵੀ ਦੇਖ ਸਕਦੇ ਹੋ ਕਿਵੇਂ ਇਹ ਸੰਸਾਰੀ ਪਖੰਡੀ ਅਸੰਤ ਇਸ ਤਰ੍ਹਾਂ ਕਰ ਰਹੇ ਹਨ। ਇਹ ਸਾਰੇ ਕੇਤੇ ਚੰਦਰ ਹਨ, ਚੰਦ ਹਨ। ਆਪਾਂ ਆਮ ਹੀ ਇਹ ਗੱਲ ਆਖਦੇ ਹਾਂ ਕਿ ਚਾੜਤਾ ਚੰਦ ਹਟਿਆ ਨਹੀਂ ਫਿਰ। ਸੋ ਕੇਤੇ ਸੂਰ ਬੇਅੰਤ ਹਨ, ਨਿਰਾਕਾਰੀ ਸੰਤ, ਹਰਕੇ ਸੰਤ ਵੀ ਬੇਅੰਤ ਹਨ। ਜਿਹੜੇ ਸੂਰਜ ਵੱਤ ਪ੍ਰਚੰਡ ਬਿਰਤੀ ਵਾਲੇ ਹਨ, ਪਹਿਲਾਂ ਪਹਿਲਾਂ ਠੰਡੇ ਮਹਿਸੂਸ ਹੁੰਦੇ ਹਨ, ਜਦੋਂ ਸਮਝਾਉਂਦੇ ਹਨ ਸੱਚ ਬਾਰੇ ਫਿਰ ਪ੍ਰਚੰਡ ਵੀ ਹੋ ਜਾਂਦੇ ਆ। ਜਿਵੇਂ ਸੂਰਜ ਜਦੋਂ ਚੜ੍ਹਦਾ ਨਾ, ਉਦੇ ਹੁੰਦਾ ਉਦੋਂ ਠੰਡਾ ਹੁੰਦਾ, ਉਨੀ ਉਹਦੀ ਤਪਸ਼ ਨਹੀਂ ਹੁੰਦੀ। ਪਰ ਜਿਵੇਂ ਜਿਵੇਂ ਸੂਰਜ ਚੜ੍ਹਦਾ ਜਾਂਦਾ ਫਿਰ ਪ੍ਰਚੰਡ ਹੁੰਦਾ ਜਾਂਦਾ। ਇਸੇ ਤਰ੍ਹਾਂ ਹੀ ਗੁਰਮਤ ਹੈ। ਗੁਰਮਤ 'ਚ ਪਹਿਲਾਂ ਸਮਝਾਇਆ ਹੀ ਜਾਂਦਾ, ਪਰ ਜਦੋਂ ਇਹ ਸਮਝਦਾ ਨਹੀਂ ਕੋਈ ਫਿਰ ਪ੍ਰਚੰਡ ਵੀ ਹੋ ਜਾਂਦੇ ਆ। ਛੇਵੇਂ ਪਾਤਸ਼ਾਹ ਪ੍ਰਚੰਡ ਸੀ,
ਫਿਰ ਸੂਰਜ ਥੋੜਾ ਢਲਦਾ ਗਿਆ, ਫਿਰ ਉਹੀ ਟਿਕਾ ਚ ਆਉਂਦਾ ਚਲਾ ਗਿਆ। 10ਵੇਂ ਪਾਤਸ਼ਾਹ ਵੇਲੇ ਫਿਰ ਪ੍ਰਚੰਡ ਹੈ। ਹੁਣ ਥੋੜਾ ਜਿਹਾ ਢਲਦਾ ਢਲਦਾ ਆ ਰਿਹਾ ਹੈ। ਹੁਣ ਥੋੜਾ ਹੀ ਸਮਾਂ ਪ੍ਰਚੰਡ ਫੇਰ ਹੋਣ ਵਾਲਾ ਹੈ। ਜਦੋਂ ਸੂਰਜ ਪ੍ਰਚੰਡ ਹੁੰਦਾ ਫਿਰ ਉਹ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਚੜ੍ਹਦੇ ਸੂਰਜ ਵੱਲ ਅੱਖਾਂ ਕਰਕੇ ਦੇਖ ਸਕਦੇ, ਪਰ ਜਦੋਂ ਸਿਖਰ ਦੁਪਹਿਰ ਹੁੰਦੀ ਆ ਫੇਰ ਨਹੀਂ ਵੇਖਣ ਦਿੰਦਾ ਕਿਸੇ ਨੂੰ। ਫਿਰ ਉਹ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਫਿਰ ਉਹਨੂੰ ਚੜ੍ਹਦੇ ਸੂਰਜ ਨੂੰ ਤਾਂ ਹਰ ਕੋਈ ਦੇਖ ਸਕਦਾ, ਪ੍ਰਚੰਡ ਸੂਰਜ ਨੂੰ ਉਹੀ ਦੇਖ ਸਕਦਾ ਜਿਹਦੇ ਆਪ ਦੇ ਅੰਦਰ ਵੀ ਉਨੀ ਉਹ ਅਗਨੀ ਪ੍ਰਚੰਡ ਹੋ ਗਈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ ਹੀ ਹੈ, ਦੂਜਾ ਨਹੀਂ ਫਿਰ ਕੋਈ ਜਾਣ ਸਕਦਾ। ਸੋ ਪ੍ਰਚੰਡ ਬਿਰਤੀ ਵਾਲੇ ਹੁੰਦੇ ਆ, ਪਹਿਲਾਂ ਪਹਿਲਾਂ ਠੰਡੇ ਮਹਿਸੂਸ ਹੁੰਦੇ ਆ ਜਦੋਂ ਸਮਝਾਉਂਦੇ ਹਨ ਸੱਚ ਬਾਰੇ, ਪਰ ਫਿਰ ਪ੍ਰਚੰਡ ਹੋ ਜਾਂਦੇ ਆ ਜਦੋਂ ਕੋਈ ਸੱਚ ਜਾਣ ਕੇ ਝੂਠ ਬਣਾ ਲੋਕਾਂ 'ਚ ਪ੍ਰਚਾਰ ਕਰਦਾ, ਫਿਰ ਸਾੜ ਕੇ ਵੀ ਰੱਖ ਦਿੰਦੇ ਆ। ਫਿਰ ਪਰਵਾਹ ਨਹੀਂ ਕਰਦੇ ਕਿ ਜਿਹੜਾ ਅੱਗੇ ਆ ਗਿਆ ਸਵਾਹ ਬਣਾ ਕੇ ਧਰ ਦਿੰਦੇ ਆ। ਜਿਵੇਂ 10ਵੇਂ ਪਾਤਸ਼ਾਹ ਨੇ ਸਾੜੇ ਸੀ ਮਸਾਂ, ਡਰੇ ਨਹੀਂ ਕਿਸੇ ਤੋਂ, ਕੋਈ ਭੈ ਨਹੀਂ ਰੱਖਿਆ ਕਿਸੇ ਦਾ। ਜਿਉਂਦਿਆਂ ਨੂੰ ਅੱਗ ਲਾਤੀ ਸੀ ਸੰਸਾਰੀ ਤੌਰ ਤੇ, ਜਿਹਨੂੰ ਜਿਉਂਦਾ ਮੰਨਦੇ, ਕੋਈ ਅਫਸੋਸ ਨਹੀਂ ਕੀਤਾ। ਸੱਚ ਹੈ, ਕੋਈ ਭੈ ਨਹੀਂ। ਹੁਣ ਤਾਂ ਝੂਠਿਆਂ ਨੂੰ ਵੀ ਕਹਿ ਦਿੰਦੇ ਆ ਕੋਈ ਨਹੀਂ ਜੀ, ਤੁਸੀਂ ਤਾਂ ਬੜੇ ਗੁਰਮੁਖ ਹੋ। ਅੱਜ ਦੇ ਸੰਤ ਤਾਂ ਜਿਹੜੇ ਝੂਠੇ ਬੈਠੇ ਹੁੰਦੇ ਆ ਉਹਨਾਂ ਨੂੰ ਵੀ ਗੁਰਮੁਖ ਬਣਾਈ ਜਾਣਗੇ। ਉਹ ਤੁਸੀਂ ਗੁਰਬਾਣੀ ਦਾ ਦੇਖੋ, ਗੁਰਮੁਖ ਕਹਿੰਦੇ ਕਿਹਨੂੰ? ਗੁਰਮੁਖ ਉਹਨੂੰ ਕਹਿੰਦੇ ਜਿਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ। ਗੁਰੂ ਨਾਨਕ ਸਾਹਿਬ ਖੁਦ ਗੁਰਮੁਖ ਸੀ, 10ਵੇਂ ਪਾਤਸ਼ਾਹ ਗੁਰਮੁਖ ਸੀ। ਕੀ ਇਹ ਜਿਹੜੇ ਮੂਹਰੇ ਬੈਠੇ ਆ ਗੁਰਮੁਖ 10ਵੇਂ ਪਾਤਸ਼ਾਹ ਵਰਗੇ ਨੇ? ਸਾਨੂੰ ਤਾਂ ਪਤਾ ਵੀ ਨਹੀਂ ਵੀ ਅਸੀਂ ਬੋਲਣਾ ਕੀ ਹੈ ਸੰਗਤ 'ਚ ਬੈਠ ਕੇ। ਤਾਂ ਹੀ ਤਾਂ ਆਖਿਆ ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀ ਹੈ ਸਰਗਵਾਰਾਂ ਗਵਾਰ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਵੀ ਸਭ ਮੂਰਖਾਂ ਦੇ ਸਰਦਾਰ ਨੇ, ਇਹਨਾਂ ਨੂੰ ਪਤਾ ਹੀ ਨਹੀਂ ਬੋਲਣਾ ਕੀ ਹੈ ਤੇ ਬੋਲੀ ਕੀ ਜਾਂਦੇ। ਮਾਇਆ ਧਾਰੀਆਂ ਨੂੰ, ਕਾਮੀਆਂ ਨੂੰ, ਕ੍ਰੋਧੀਆਂ ਨੂੰ, ਲੋਭੀਆਂ ਨੂੰ ਗੁਰਮੁਖ ਬਣਾਈ ਜਾਂਦੇ ਆ, ਤੇ ਫਿਰ ਗੁਰਮੁਖ ਨੂੰ ਕੀ ਕਹੋਗੇ? ਸੋ ਗੁਰਮੁਖ ਫਿਰ ਸਾੜ ਕੇ ਰੱਖ ਦਿੰਦੇ ਆ, ਫਿਰ ਪਰਵਾਹ ਨਹੀਂ ਕਰਦੇ ਕਿਸੇ ਦੀ। ਜਿਹੜਾ ਅੱਗੇ ਆ ਗਿਆ ਸਵਾਹ ਬਣਾ ਕੇ ਧਰ ਦਿੰਦੇ ਆ, ਭਾਵ ਕਿ ਸੱਚ ਵੱਖਰਾ ਝੂਠ ਵੱਖਰਾ ਕਰਕੇ ਦੱਸ ਦਿੰਦੇ। ਇਹ ਸਨ ਭਗਤ ਗੁਰ ਸਾਹਿਬਾਨ, ਅੱਜ ਵੀ ਹਨ ਗੁਰਮੁਖ ਹਰ ਕੇ ਸੰਤ ਜੋ ਹੁਕਮੀ ਹਨ। ਉਹ ਨਹੀਂ ਕਿਸੇ ਦੀ ਪਰਵਾਹ ਕਰਦੇ, ਬਥੇਰੇ ਨੇ। ਜਿਵੇਂ ਸੂਰਜ ਵੀ ਬਥੇਰੇ ਹਨ, ਨਮੋ ਸੂਰਜ ਸੂਰਜੇ। ਨਹੀਂ ਦੇਖ ਸਕਦੇ ਆਪਾਂ, ਆਪਣੀ ਬੁੱਧੀ ਨਹੀਂ ਹੈਗੀ, ਆਪਣੀ ਸੋਚ ਨਹੀਂ ਹੈ, ਆਪਣੀ ਪਕੜ ਨਹੀਂ ਹੈ, ਪਰ ਗੁਰਮੁਖਾਂ ਦੀ ਪਕੜ ਹੈ। ਇਸੇ ਤਰ੍ਹਾਂ ਹੀ ਗੁਰਮੁਖ ਹੈ। ਸੰਸਾਰੀ ਜੀਵ ਬਥੇਰੇ ਹਨ, ਪਰ ਹਰ ਕੋਈ ਗੁਰਮੁਖ ਨਹੀਂ ਦੇਖ ਸਕਦਾ। ਹਾਂ, ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜ। ਗੁਰਮੁਖ ਹਮੇਸ਼ਾ ਲੱਭਿਆ ਜਾਂਦਾ ਹੈ, ਆਮ ਨਹੀਂ ਹੁੰਦੇ ਗੁਰਮੁਖ, ਲੱਭਣੇ ਪੈਂਦੇ। ਸੂਰਜ ਨੂੰ ਵੇਖਣ ਲਈ ਅੱਖ ਪਕਾਉਣੀ ਪੈਂਦੀ ਹੈ, ਇਸੇ ਤਰ੍ਹਾਂ ਗੁਰਮੁਖ ਨੂੰ ਦੇਖਣ ਲਈ ਸੁਰਤ ਟਿਕਾਉਣੀ ਪੈਂਦੀ ਹੈ ਮਨਾ। ਸੋ ਗੁਰਬਾਣੀ ਕਹਿੰਦੀ ਹੈ ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜ। ਸੋ ਕੇਤੇ ਮੰਡਲ, ਕਿੰਨੀਆਂ ਹੀ ਧਰਤੀਆਂ ਵੀ ਹਨ, ਹਰ ਇੱਕ ਦਾ ਹਿਰਦਾ ਧਰਤੀ ਹੈ। ਜਿਵੇਂ ਬਾਹਰ ਲਈ ਧਰਤੀ ਵਿੱਚੋਂ ਕੁਝ ਪ੍ਰਾਪਤ ਕਰ ਸਕਦੇ ਹਾਂ, ਜਿਹੜੀ ਬਾਹਰੀ ਧਰਤੀ ਸਾਨੂੰ ਦਿਸਦੀ ਹੈ, ਸਾਰੀ ਧਰਤੀ ਤੇ ਉਪਜ ਹੈ। ਮਕਾਨ ਆਦਿ ਬਣਾ ਸਕਦੇ ਹਾਂ, ਗੱਡੀਆਂ ਜਹਾਜ਼ ਆਦਿ ਚੱਲਦੇ ਹਨ। ਸੋ ਇਸੇ ਤਰ੍ਹਾਂ ਹੀ ਹਿਰਦੇ ਰੂਪੀ ਧਰਤੀ ਵਿੱਚ ਚਾਹੇ ਨਾਮ ਬੀਜ ਲਵੋ, ਚਾਹੇ ਜ਼ਹਿਰ ਬੀਜ ਲਵੋ, ਉਗਣਾ ਤਾਂ ਹੈਗਾ ਹੀ ਹੈ, ਉਗ ਤਾਂ ਉਹਨੇ ਪੈਣਾ ਹੀ ਹੈ। ਚਾਹੇ ਧਰਤੀ ਹਿਰਦੇ ਰੂਪੀ ਤੇ ਨਾਮ ਦਾ ਮਹਿਲ ਉਸਾਰ ਲਵੋ, ਚਾਹੇ ਮਾਇਆ ਦਾ ਕੱਚਾ ਕੋਠਾ ਉਸਾਰ ਲਵੋ। ਹਿਰਦੇ ਰੂਪੀ ਧਰਤੀ ਤੇ ਚਾਹੇ ਸੁਰਤ ਰੂਪੀ ਗੱਡੀ ਚਲਾ ਲਵੋ, ਚਾਹੇ ਵਿਕਾਰਾਂ ਰੂਪੀ ਗੱਡਾ ਚਲਾ ਲਵੋ। ਚਾਹੇ ਹਿਰਦੇ ਵਿੱਚ ਸੁਰਤ ਹਵਾਈ ਬਣਾ ਲਵੋ, ਭਾਵ ਹੁਕਮ ਜੋੜ ਕੇ ਸਾਰੀ ਸ੍ਰਿਸ਼ਟੀ ਵੇਖੋ, ਚਾਹੇ ਸੁਰਤ ਨੂੰ ਮਾਇਆ ਰੂਪੀ ਇੱਛਾਵਾਂ ਦਾ ਜਹਾਜ਼ ਬਣਾ ਕੇ ਦਲਦਲ ਵਿੱਚ ਸੁੱਟ ਕੇ ਜ਼ੋਰ ਲਵਾਈ ਚੱਲੋ। ਬਣੋ ਸਾਡੀ ਮਰਜ਼ੀ ਦੇ ਨਾਲ ਹੀ ਸਾਰਾ ਕੁਝ ਕਰਨਾ ਸਾਨੂੰ ਹੀ ਪੈਣਾ। ਤੇ ਹੁਣ ਸਾਡੀ ਮਰਜ਼ੀ ਹੈ ਕਿ ਅਸੀਂ ਕਰਨਾ ਕੀ ਹੈ, ਹੁਕਮ 'ਚ ਚੱਲਣਾ ਜਾਂ ਹੁਕਮ ਤੋਂ ਉਲਟ ਚੱਲਣਾ। ਸੋ ਕੇਤੇ ਹੀ ਦੇਸ਼ ਹਨ, ਸਾਡਾ ਵੀ ਦੇਸ਼ ਹੈ ਸੱਚਖੰਡ।
ਨਿਰੰਕਾਰ ਕੇ ਦੇਸ਼ ਜਾਹੇ ਤਾਂ ਸੁਖ ਲਹੇ ਮੁਹਾਲ। ਅਸੀਂ ਤਾਂ ਇਹਨੂੰ ਹੀ ਦੇਸ਼ ਮੰਨੀ ਬੈਠੇ ਹਾਂ, ਅਸੀਂ ਤਾਂ ਇਸੇ ਦੇਸ਼ ਪਿੱਛੇ ਝਗੜੇ ਕਰੀ ਬੈਠੇ ਹਾਂ। ਜਦ ਕਿ ਸਾਨੂੰ ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ, ਉਹਨਾਂ ਨੇ ਦੱਸਿਆ ਕਿ ਤੁਹਾਡਾ ਭਾਈ ਦੇਸ਼ ਸੱਚਖੰਡ ਹੈ। ਆ ਤਾਂ ਸਾਰੀ ਧਰਤੀ ਸਾਰੀ ਇੱਕੋ ਜਿਹੀ ਹੋਈ ਹੈ, ਜਿਹੜੇ ਮਰਜ਼ੀ ਤੁਸੀਂ ਸੰਸਾਰੀ ਦੇਸ਼ ਚਲੇ ਜਾਓ, ਉੱਥੇ ਵੀ ਧਰਤੀ ਹੋ ਜਿਹੀ ਹੈ, ਕੋਈ ਫਰਕ ਨਹੀਂ ਹੈ। ਹਰ ਇੱਕ ਗੱਲ ਹੈ ਮੇਰੇ ਮਨਾਂ ਗੁਰਬਾਣੀ ਚ ਪਾਤਸ਼ਾਹ ਨੇ ਤੇਰੇ ਵਾਸਤੇ ਸਮਝਾਈ ਹੈ। ਕੀਤੇ ਇੰਦਰ ਚੰਦਰ ਸੂਰ ਕੀਤੇ ਕੀਤੇ ਮੰਡਲ ਦੇਸ, ਤੈਨੂੰ ਸਾਰਾ ਕੁਝ ਸਮਝਾਇਆ ਕਿ ਕਿੰਨੇ ਹੀ ਇੰਦਰ ਨੇ ਜਿਹੜੇ ਸੰਸਾਰੀ ਨੇ, ਕਿੰਨੇ ਹੀ ਇੰਦਰ ਨੇ ਜਿਹੜੇ ਨਿਰਾਕਾਰੀ ਨੇ। ਨਿਰਾਕਾਰੀ ਇੰਦਰ ਉਹ ਮਾਨ ਹੈ ਜਿਹਨੇ ਆਪਣੀਆਂ ਵਾਸ਼ਨਾਵਾਂ ਤੇ ਜਿੱਤ ਪਾਈ ਹੈ। ਸੋ ਸਾਰੀ ਗੱਲ ਸੋਝੀ ਮਹਾਲਾ ਪਾਤਸ਼ਾਹ ਨੇ ਬਾਹਰੋਂ ਵੀ ਸਾਨੂੰ ਸਮਝਾਇਆ, ਅੰਦਰੋਂ ਵੀ ਸਮਝਾਇਆ ਕਿ ਕਿਵੇਂ ਨਾ ਕਿਵੇਂ ਤੂੰ ਸੱਚ ਤੇ ਆ ਜਾਵੇਂ। ਜਿੰਨਾ ਚਿਰ ਤੂੰ ਸੱਚ ਤੇ ਨਹੀਂ ਆਉਂਦਾ ਤੇਰਾ ਪਾਰ ਨਿਸਤਾਰਾ ਨਹੀਂ ਹੁੰਦਾ, ਤੇ ਜਿੱਦਣ ਤੂੰ ਸੱਚ ਤੇ ਆ ਗਿਆ ਤੇਰਾ ਉਸੇ ਵੇਲੇ ਪਾਰ ਨਿਸਤਾਰਾ ਹੈ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।